BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਨੇਡਾ ਨੇ ਆਪਣੇ 41 ਡਿਪਲੋਮੈਟਸ ਨੂੰ ਬੁਲਾਇਆ ਵਾਪਸ। ਜਸਟਿਨ ਟਰੂਡੋ ਨੇ ਭਾਰਤ ਦੀ ਕਾਰਵਾਈ ਤੇ ਜਤਾਈ ਚਿੰਤਾ। ਹਮਾਸ ਨੇ 2 ਅਮਰੀਕੀ ਬੰਦਕਾਂ ਨੂੰ ਕੀਤਾ ਰਿਹਾ। ਜੋ ਬਾਈਡਨ ਨੇ ਇਜ਼ਰਾਈਲ ਦਾ ਕੀਤਾ ਧੰਨਵਾਦ। ਲੇਬਨਾਨ ਤੋਂ ਸੰਭਾਵਿਤ ਇਵੈਕੂਏਸ਼ਨ ਲਈ ਕੈਨੇਡੀਅਨ ਫੌਜ ਵੱਲੋਂ ਕੀਤੀ ਜਾ ਰਹੀ ਹੈ ਤਿਆਰੀ। ਕੀਨੀਆ 'ਚ ਸਟੈਂਪੀਡ ਦੌਰਾਨ ਮੱਚੀ ਭਗਦੜ, 4 ਮੌਤਾਂ 100 ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡੀਅਨ ਆਰਮ ਫੋਰਸਿਸ ਦਾ ਕਹਿਣਾ ਹੈ ਕਿ ਉਹ ਇਸ ਸੰਭਾਵਨਾ ਲਈ ਤਿਆਰ ਹੋ ਰਹੀ ਹੈ ਕਿ ਫੌਜ ਨੂੰ ਕੈਨੇਡੀਅਨਸ ਨੂੰ ਲੇਬਨਾਨ ਤੋਂ ਬਾਹਰ ਲਿਆਉਣ ਵਿੱਚ ਮਦਦ ਕਰਨ ਦੀ ਲੋੜ ਪਵੇਗੀ। ਉੱਥੇ ਹੀ ਗਲੋਬਲ ਅਫੇਅਰਸ ਕੈਨੇਡਾ ਨੇ ਉਸ ਦੇਸ਼ ਵਿੱਚ ਸਾਰੀਆਂ ਯਾਤਰਾਵਾਂ ਵਿਰੁੱਧ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੇਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਅਤੇ ਸਹਿਯੋਗੀ ਫਲਸਤੀਨੀ ਸਮੂਹਾਂ ਨੇ 7 ਅਕਤੂਬਰ ਨੂੰ ਤਾਜ਼ਾ ਇਜ਼ਰਾਈਲ ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਉੱਤਰੀ ਇਜ਼ਰਾਈਲ ਤੇ ਰੋਜ਼ਾਨਾ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਦੇ ਬਦਲੇ ਵਿੱਚ ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ ਸਰਹੱਦੀ ਖੇਤਰਾਂ ਤੇ ਗੋਲੀਬਾਰੀ ਕੀਤੀ ਹੈ। ਮੇਜਰ ਜਨਰਲ ਕੈਨੇਡੀਅਨ ਜੁਆਇੰਟ ਆਪਰੇਸ਼ਨ ਕਮਾਂਡ ਦੇ ਡਿਪਟੀ ਕਮਾਂਡਰ ਡਾਰਸੀ ਮੋਲਸਟੈਡ ਦਾ ਕਹਿਣਾ ਹੈ ਕਿ ਫੌਜੀ ਅਧਿਕਾਰੀ ਲੋੜ ਪੈਣ ਤੇ ਲੇਬਨਾਨ, ਇਜ਼ਰਾਈਲ, ਸਾਈਪ੍ਰਸ ਅਤੇ ਗ੍ਰੀਸ ਵਿੱਚੋਂ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਹਨ। ਗਲੋਬਲ ਅਫੇਅਰਸ ਕੈਨੇਡਾ ਵਿਖੇ ਕੌਂਸਲਰ ਕੇਸਾਂ ਦੇ ਇੰਚਾਰਜ ਸਹਾਇਕ ਡਿਪਟੀ ਮੰਤਰੀ ਦਾ ਕਹਿਣਾ ਹੈ ਕਿ ਲੇਬਨਾਨ ਵਿੱਚ ਲਗਭਗ 1450 ਕੈਨੇਡੀਅਨ ਰਜਿਸਟਰਡ ਹਨ, ਪਰ ਜੂਲੀ ਸੰਡੇ ਉਹਨਾਂ ਕੈਨੇਡੀਅਨਸ ਨੂੰ ਬੇਰੂਟ ਤੋਂ ਬਾਹਰ ਵਪਾਰਕ ਉਡਾਨਾਂ ਤੇ ਜਾਣ ਦੀ ਅਪੀਲ ਕਰ ਰਹੀ ਹੈ, ਜਦੋਂ ਤੱਕ ਉਹ ਅਜੇ ਵੀ ਕਰ ਸਕਦੇ ਹਨ। ਜੂਲੀ ਸੰਡੇ ਦਾ ਕਹਿਣਾ ਹੈ ਕਿ ਉਹ ਸਮਝਦੀ ਹੈ ਕਿ ਇਹ ਸੱਚਮੁੱਚ ਮੁਸ਼ਕਲ ਫੈਸਲੇ ਲੈਣ ਦੇ ਬਰਾਬਰ ਹੈ, ਪਰ ਸਰਕਾਰ ਜੋ ਸਭ ਤੋਂ ਵਧੀਆ ਸਲਾਹ ਦੇ ਸਕਦੀ ਹੈ ਉਹ ਇਹ ਹੈ ਕਿ ਲੇਬਨਾਨ ਵਿੱਚ ਰਹਿ ਰਹੇ ਕੈਨੇਡੀਅਨਸ ਲਈ ਘਰ ਵਾਪਸ ਆਉਣ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਣੇ ਦੇਸ਼ ਵਿੱਚ ਕੈਨੇਡੀਅਨ ਡਿਪਲੋਮੈਟਸ ਦੀ ਮੌਜੂਦਗੀ ਨੂੰ ਘਟਾਉਣ ਦਾ ਭਾਰਤ ਦਾ ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਹੈ ਅਤੇ ਬਾਕੀ ਦੁਨੀਆ ਨੂੰ ਇਸ ਦੇ ਨਤੀਜਿਆਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਨਵੀਂ ਦਿੱਲੀ ਨੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਕੂਟਨੀਤਿਕ ਛੋਟਾਂ ਖੋਣ ਦੀ ਧਮਕੀ ਦੇਣ ਤੋਂ ਬਾਅਦ ਕੈਨੇਡਾ ਨੇ ਭਾਰਤ ਤੋਂ ਆਪਣੀ ਜ਼ਿਆਦਾਤਰ ਕੂਟਨੀਤਿਕ ਮੌਜੂਦਗੀ ਹਟਾ ਦਿੱਤੀ ਹੈ। ਇਸ ਨੂੰ ਇੱਕ ਮਿਸਾਲ ਕਾਇਮ ਕਰਨ ਵਾਲਾ ਖਤਰਾ ਦੱਸਦਿਆਂ ਜੋਲੀ ਨੇ ਕਿਹਾ ਕਿ ਕੈਨੇਡਾ ਨੇ ਆਪਣੇ 42 ਡਿਪੈਂਡੈਂਟ ਸਮੇਤ ਆਪਣੇ 41 ਡਿਪਲੋਮੈਟਾਂ ਨੂੰ ਭਾਰਤ ਤੋਂ ਬਾਹਰ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ 21 ਕੈਨੇਡੀਅਨ ਡਿਪਲੋਮੈਟਸ ਬਾਕੀ ਹਨ। ਜਸਟਿਨ ਟਰੂਡੋ ਨੇ ਆਪਣੇ ਵਿਦੇਸ਼ ਮੰਤਰੀ ਦੇ ਦਾਅਵੇ ਨੂੰ ਦੁਹਰਾਉਂਦੇ ਹੋਏ ਇੱਕ ਤਰਫਾ ਕੈਨੇਡਾ ਦੇ ਜ਼ਿਆਦਾਤਰ ਦੇਸ਼ਾਂ ਤੋਂ ਡਿਪਲੋਮੈਟਿਕ ਛੋਟ ਨੂੰ ਰੱਦ ਕਰਨ ਤੇ ਭਾਰਤ ਦੇ ਫੈਸਲੇ ਨੂੰ ਵਿਆਨਾ ਕਨਵੈਨਸ਼ਨ ਗਵਰਨਿੰਗ ਡਿਪਲੋਮੈਸੀ ਦੀ ਉਲੰਘਣਾ ਕਿਹਾ। ਟਰੂਡੋ ਨੇ ਬ੍ਰੈਂਪਟਨ, ਓਨਟਾਰੀਓ ਵਿੱਚ ਇੱਕ ਹਾਊਸਿੰਗ ਐਲਾਨ ਵਿੱਚ ਕਿਹਾ ਕਿ ਇਹ ਉਹ ਅੰਤਰਰਾਸ਼ਟਰੀ ਕਾਨੂੰਨ ਅਤੇ ਕੂਟਨੀਤੀ ਦੇ ਇੱਕ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰਨ ਦੀ ਚੋਣ ਕਰ ਰਹੇ ਹਨ। ਇਹ ਉਹ ਚੀਜ਼ ਹੈ ਜਿਸ ਬਾਰੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਬਹੁਤ ਚਿੰਤਤ ਹੋਣਾ ਚਾਹੀਦਾ ਹੈ। ਟਰੂਡੋ ਵੱਲੋਂ 18 ਸਤੰਬਰ ਨੂੰ ਐਲਾਨ ਕੀਤੇ ਜਾਣ ਤੋਂ ਬਾਅਦ ਨਵੀਂ ਦਿੱਲੀ ਨਾਲ ਸੰਬੰਧਾਂ ਵਿੱਚ ਡੂੰਘੀ ਖੜੋਤ ਆ ਗਈ ਹੈ ਕਿ ਕੈਨੇਡੀਅਨ ਖੁਫੀਆ ਸੇਵਾਵਾਂ ਭਾਰਤ ਦੀ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਰਮਿਆਨ ਸੰਭਾਵੀ ਸੰਬੰਧ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਨੂੰ ਘਟਾਉਣ ਦਾ ਉਸਦਾ ਕਦਮ ਕੂਟਨੀਤਿਕ ਸੰਮੇਲਨ ਦੇ ਅਨੁਸਾਰ ਸੀ, ਜੋ ਕਿ ਇਹ ਕਹਿੰਦਾ ਹੈ ਕਿ ਕੈਨੇਡਾ ਵਿੱਚ ਭਾਰਤ ਦੇ ਸਟਾਫ ਦੀ ਗਿਣਤੀ ਵੱਧ ਹੈ। ਭਾਰਤ ਦੇ ਬਿਆਨ ਵਿੱਚ ਕੂਟਨੀਤਿਕ ਸੰਬੰਧਾਂ ਬਾਰੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੇ ਇੱਕ ਬਿਤਨ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸਮਝੌਤੇ ਦੀ ਅਣਹੋਂਦ ਵਿੱਚ ਇੱਕ ਮੇਜ਼ਬਾਨ ਦੇਸ਼ ਇੱਕ ਕੂਟਨੀਤਿਕ ਮਿਸ਼ਨ ਨੂੰ ਵਾਜਬ ਅਤੇ ਆਮ ਸੀਮਾਵਾਂ ਦੇ ਅੰਦਰ ਰੱਖਣ ਦੀ ਮੰਗ ਕਰ ਸਕਦਾ ਹੈ। ਬਿਆਨ ਵਿੱਚ ਲਿਖਿਆ ਗਿਆ ਹੈ, ਅਸੀਂ ਸਮਾਨਤਾ ਦੇ ਲਾਗੂ ਕਰਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵਜੋਂ ਦਰਸਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ਪ੍ਰਤੀ ਭਾਰਤ ਦੀ ਕਾਰਵਾਈਆਂ ਕੂਟਨੀਤਿਕ ਜਗਤ ਲਈ ਦੂਰਗਾਮੀ ਨਤੀਜੇ ਹਨ ਅਤੇ ਇਸ ਦਾ ਉਹਨਾਂ ਲੱਖਾਂ ਲੋਕਾਂ ਤੇ ਵੀ ਬਹੁਤ ਅਸਲ ਪ੍ਰਭਾਵ ਪੈਂਦਾ ਹੈ ਜੋ ਵਿਦਿਆਰਥੀ ਅਤੇ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਭਾਰਤ ਵਿੱਚ ਅੱਗੇ ਪਿੱਛੇ ਯਾਤਰਾ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਹੌਲੀ ਕਰ ਦੇਵੇਗਾ ਅਤੇ ਕੈਨੇਡਾ ਨੇ ਭਾਰਤ ਦੇ ਉਹਨਾਂ ਖੇਤਰਾਂ ਲਈ ਇੱਕ ਯਾਤਰਾ ਸਲਾਹ ਜਾਰੀ ਕੀਤੀ ਹੈ ਜਿੱਥੇ ਇਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕੌਂਸਲਰ ਸਟਾਫ ਨੂੰ ਘਟਾਉਣ ਲਈ ਮਜਬੂਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਇਜ਼ਰਾਈਲ ਹਮਾਸ ਯੁੱਧ ਤੇ ਆਪਣੇ ਲਿਬਰਲ ਸੰਸਦ ਮੈਂਬਰਾਂ ਵਿਚਕਾਰ ਵੱਖੋ ਵੱਖਰੇ ਵਿਚਾਰਾਂ ਅਤੇ ਸਾਂਝੇ ਡਰ ਨੂੰ ਸਵੀਕਾਰ ਕਰਦੇ ਹੋਏ ਵੱਧਦੇ ਅਰਬ ਇਜ਼ਰਾਈਲ ਸੰਘਰਸ਼ ਦੇ 2 ਰਾਜੀ ਹੱਲ ਲਈ ਵਚਨਬੱਧ ਹੈ। ਕੈਨੇਡਾ 2 ਰਾਜਾਂ ਦੇ ਹੱਲ ਲਈ ਸਾਡੀ ਵਚਨਬੱਧਤਾ ਵਿੱਚ ਦ੍ਰਿੜ ਹੈ। ਵਿਸ਼ਵ ਅਤੇ ਖੇਤਰ ਨੂੰ ਇੱਕ ਸ਼ਾਂਤੀਪੂਰਨ, ਖੁਸ਼ਹਾਲ, ਲੋਕਤੰਤਰੀ, ਸੁਰੱਖਿਅਤ ਇਜ਼ਰਾਈਲੀ ਰਾਜ, ਇਜ਼ਰਾਈਲ ਦੇ ਨਾਲ ਇੱਕ ਸ਼ਾਂਤੀਪੂਰਨ, ਸੁਰੱਖਿਅਤ, ਖੁਸ਼ਹਾਲ, ਵਿਵਾਹਰਕ ਫਲਸਤੀਨੀ ਰਾਜ ਦੀ ਜ਼ਰੂਰਤ ਹੈ। ਟਰੂਡੋ ਦੀ ਟਿੱਪਣੀ ਕੈਨੇਡਾ ਦੀ ਗੱਲਬਾਤ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦਰਸਾਉਂਦੀ ਹੈ, ਜਿਸ ਦੇ ਨਤੀਜੇ ਵਜੋਂ 1967 ਵਿੱਚ ਮੌਜੂਦ ਸਰਹੱਦਾਂ ਦੀ ਵਰਤੋਂ ਕਰਦੇ ਹੋਏ ਇਜ਼ਰਾਈਲ ਦੇ ਨਾਲ ਇੱਕ ਪ੍ਰਭੂਸੱਤਾ ਸੰਪੰਨ ਫਲਸਤੀਨੀ ਰਾਜ ਹੋਵੇਗਾ। ਕੈਨੇਡਾ ਲੰਬੇ ਸਮੇਂ ਤੋਂ ਵੈਸਟ ਬੈਂਕ ਅਤੇ ਪੂਰਬੀ ਯਰੂਸ਼ਲਮ ਨੂੰ ਇਜ਼ਰਾਈਲ ਦੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਮੰਨਦਾ ਹੈ ਅਤੇ ਓਟਵਾ ਨੇ ਦਲੀਲ ਦਿੱਤੀ ਹੈ ਕਿ ਇਹਨਾਂ ਖੇਤਰਾਂ ਵਿੱਚ ਇਜ਼ਰਾਈਲੀ ਬਸਤੀਆਂ ਦਾ ਵਿਸਥਾਰ ਸ਼ਾਂਤੀ ਨੂੰ ਕਮਜ਼ੋਰ ਕਰਦਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਾ ਹੈ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ 2005 ਵਿੱਚ ਗਾਜ਼ਾ ਪੱਟੀ ਤੋਂ
ਤੋਂ ਇੱਕ ਪਾਸੜ ਤੌਰ ਤੇ ਵਾਪਸ ਲਿਆ, ਜਿਸ ਵਿੱਚ ਆਪਣੀ ਫੌਜ ਅਤੇ ਇਸ ਦੀਆਂ ਬਸਤੀਆਂ ਦੋਵਾਂ ਨੂੰ ਬਾਹਰ ਕੱਢ ਲਿਆ ਗਿਆ। ਹਮਾਸ ਨੇ 2 ਸਾਲ ਬਾਅਦ ਉਸ ਇਲਾਕੇ ਤੇ ਕਬਜ਼ਾ ਕਰ ਲਿਆ। ਇਜ਼ਰਾਈਲ ਅਤੇ ਮਿਸਰ ਜੋ ਦੱਖਣ ਵੱਲ ਗਾਜ਼ਾ ਨਾਲ ਲੱਗਦੇ ਹਨ ਨੇ ਉਦੋਂ ਤੋਂ ਹੀ ਚੀਜ਼ਾਂ ਅਤੇ ਲੋਕਾਂ ਦੇ ਪ੍ਰਵਾਹ ਨੂੰ ਸੀਮਿਤ ਕਰ ਦਿੱਤਾ ਹੈ। ਇਜ਼ਰਾਈਲ ਨੇ ਹਮਾਸ ਦੀ ਹਿੰਸਾ ਵਿਰੁੱਧ ਇਹਨਾਂ ਪਾਬੰਦੀਆਂ ਦਾ ਬਚਾਅ ਕੀਤਾ ਹੈ। ਉੱਥੇ ਹੀ ਫਲਸਤੀਨੀਆਂ ਨੇ ਦਲੀਲ ਦਿੱਤੀ ਹੈ ਕਿ ਨਾਕਾਬੰਦੀ ਇਜ਼ਰਾਈਲ ਦੁਆਰਾ ਸਮੂਹਿਕ ਸਜ਼ਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਜ਼ਾ ਇਜ਼ਰਾਈਲ ਹਮਾਸ ਯੁੱਧ ਦੇ ਸੰਦਰਭ ਵਿੱਚ ਗੱਲਬਾਤ ਦੇ 2 ਰਾਜ ਹੱਲ ਲਈ ਕੈਨੇਡਾ ਦੇ ਸੱਦੇ ਨੂੰ ਦੁਹਰਾਇਆ, ਜੋ ਹਮਾਸ ਦੇ ਅੱਤਵਾਦੀਆਂ, ਜਿਸ ਨੂੰ ਕੈਨੇਡਾ ਇੱਕ ਅੱਤਵਾਦੀ ਸੰਗਠਨ ਮੰਨਦਾ ਹੈ, ਦੇ 7 ਅਕਤੂਬਰ ਨੂੰ ਬੇਰਹਿਮੀ ਨਾਲ ਹਮਲੇ ਵਿੱਚ 1400 ਇਜ਼ਰਾਈਲੀਆਂ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਇਜ਼ਰਾਈਲ ਨੇ ਹਮਾਸ ਨਿਯੰਤਰਿਤ ਗਾਜ਼ਾ ਪੱਟੀ ਵਿੱਚ ਹਵਾਈ ਹਮਲਿਆਂ ਨਾਲ ਜਵਾਬੀ ਕਾਰਵਾਈ ਕੀਤੀ, ਜਿੱਥੇ ਇਸ ਨੇ ਫਲਸਤੀਨੀ ਖੇਤਰ ਦੀ ਪਾਣੀ, ਭੋਜਨ ਅਤੇ ਬਿਜਲੀ ਤੱਕ ਦੀ ਪਹੁੰਚ ਨੂੰ ਵੀ ਕੱਟ ਦਿੱਤਾ ਹੈ, ਜਿਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਹੈ। ਇਜ਼ਰਾਈਲ ਨੇ ਹਮਾਸ ਨੂੰ ਨਸ਼ਟ ਕਰਨ ਦੀ ਸੌਂਹ ਖਾਧੀ ਹੈ। ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਬੌਬ ਰਾਏ ਨੇ ਵੀ ਓਟਵਾ ਵਿੱਚ ਬੁੱਧਵਾਰ ਰਾਤ ਨੂੰ ਦਿੱਤੇ ਇੱਕ ਭਾਸ਼ਣ ਦੌਰਾਨ ਕਿਹਾ ਕਿ ਟੋਰਾਂਟੋ ਸਟਾਰ ਦੁਆਰਾ ਰਿਪੋਰਟ ਕੀਤੇ ਗਏ ਅਨੁਸਾਰ ਹਮਾਸ ਨੂੰ ਨਸ਼ਟ ਕੀਤਾ ਜਾਣਾ ਹੈ। ਹਾਲਾਂਕਿ ਜਸਟਿਨ ਟਰੂਡੋ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਸਰਕਾਰ ਕਿਸ ਖਾਸ ਸਥਿਤੀ ਨੂੰ ਸਾਂਝਾ ਕਰਦੀ ਹੈ। ਇਸ ਦੀ ਬਜਾਏ ਟਰੂਡੋ ਨੇ ਨੋਟ ਕੀਤਾ ਕਿ ਕੈਨੇਡਾ ਨੇ ਲੰਬੇ ਸਮੇਂ ਤੋਂ ਹਮਾਸ ਨੂੰ ਇੱਕ ਅੱਤਵਾਦੀ ਸੰਗਠਨ ਮੰਨਿਆ ਹੈ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਬੰਦਕਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਮਾਸ ਦੀਆਂ ਕਾਰਵਾਈਆਂ ਬਿਲਕੁਲ ਅਸੁਰੱਖਿਅਤ ਹਨ ਅਤੇ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਆਪਣੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਉਹਨਾਂ ਨੇ ਬਰੈਂਪਟਨ, ਓਨਟਾਰੀਓ ਵਿੱਚ ਦਿੱਤੇ ਆਪਣੇ ਇੱਕ ਬਿਆਨ ਵਿੱਚ ਕਿਹਾ, ਅਸੀਂ ਬੇਸ਼ੱਕ ਚੀਜ਼ਾਂ ਨਾਲ ਨਜਿੱਠਣਾ ਜਾਰੀ ਰੱਖਾਂਗੇ ਕਿਉਂਕਿ ਹਾਲਾਤ ਐਦਾਂ ਦੇ ਨੇ ਕਿ ਉਹ ਸਾਹਮਣੇ ਆਉਂਦੀਆਂ ਹਨ ਅਤੇ ਸਮਾਂ ਆਉਣ ਤੇ ਅਸੀਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੇ ਪ੍ਰੀਮੀਅਰਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਸਾਂਝਾ ਪੱਤਰ ਭੇਜ ਕੇ ਫੈਡਰਲ ਸਰਕਾਰ ਨੂੰ ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਅਤੇ ਗੈਰ ਮੁਨਾਫਿਆਂ ਨੂੰ ਦਿੱਤੇ ਗਏ ਵਿਆਜ ਮੁਕਤ ਕਰਜ਼ਿਆਂ ਲਈ ਮੁੜ ਅਦਾਇਗੀ ਦੀ ਮਿਆਦ 1 ਸਾਲ ਲਈ ਵਧਾਉਣ ਲਈ ਕਿਹਾ ਹੈ। ਫੈਡਰਲ ਸਰਕਾਰ ਦੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਨੇ ਕੋਵਿਡ-19 ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਨੂੰ $60,000 ਤੱਕ ਦੇ ਵਿਆਜ ਮੁਕਤ ਕਰਜ਼ੇ ਦੀ ਪੇਸ਼ਕਸ਼ ਕੀਤੀ ਸੀ। BC ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਰਵਾਰ ਨੂੰ ਸਾਰੇ ਪ੍ਰੀਮੀਅਰਾਂ ਦੁਆਰਾ ਦਸਤਖਤ ਕੀਤੇ ਇੱਕ ਪੱਤਰ ਵਿੱਚ ਕਿਹਾ ਕਿ ਛੋਟੇ ਕਾਰੋਬਾਰ ਜ਼ਿਆਦਾਤਰ ਹੋਰ ਕੈਨੇਡੀਅਨਸ ਵਾਂਗ ਘਰਾਂ, ਕਰਿਆਨੇ ਅਤੇ ਹੋਰ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀ ਵੱਧ ਰਹੀ ਲਾਗਤ ਦੁਆਰਾ ਨਿਚੋੜ ਮਹਿਸੂਸ ਕਰ ਰਹੇ ਹਨ ਅਤੇ ਉਹ ਵੀ ਉਸ ਵੇਲੇ ਜਦੋਂ ਉਹ ਮਹਾਮਾਰੀ ਤੋਂ ਬਾਅਦ ਠੀਕ ਹੋਣਾ ਸ਼ੁਰੂ ਕਰ ਰਹੇ ਹਨ। ਉਹ ਉੱਚ ਮਹਿੰਗਾਈ ਅਤੇ ਵਿਆਜ ਦਰਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਮੈਂ ਫੈਡਰਲ ਸਰਕਾਰ ਨੂੰ ਛੋਟੇ ਕਾਰੋਬਾਰਾਂ ਨੂੰ ਕਰਜ਼ੇ ਦੀ ਮਾਫੀ ਲਈ ਯੋਗ ਹੋਣ ਲਈ ਅਤੇ SEBA ਲੋਨ ਦੀ ਮੁੜ ਅਦਾਇਗੀ ਨੂੰ ਹੋਰ ਸਾਲ ਲਈ ਵਧਾ ਕੇ ਮੁੜ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਹੋਰ ਪ੍ਰੀਮੀਅਰਾਂ ਵਿੱਚ ਸ਼ਾਮਲ ਹੋ ਰਿਹਾ ਹਾਂ। ਜਿਵੇਂ ਕਿ ਹੈਲਥ ਕੇਅਰ ਵਰਕਰ ਬਰਨਆਊਟ ਅਤੇ ਜ਼ਿਆਦਾ ਕੰਮ ਕਰਨ ਦੇ ਕਾਰਨ ਪੇਸ਼ੇ ਨੂੰ ਛੱਡਣਾ ਜਾਰੀ ਰੱਖ ਰਹੇ ਹਨ, ਉਦੋਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਹੈਲਥ ਕੇਅਰ ਵਰਕਰਾਂ ਅਤੇ ਉਹਨਾਂ ਦੇ ਮਰੀਜ਼ਾਂ ਦੀ ਤੰਦਰੁਸਤੀ ਨੂੰ ਇਹ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਦੀ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕੋਵਿਡ-19 ਮਹਾਮਾਰੀ ਦੇ ਸਿਖਰ ਦੇ ਦੌਰਾਨ, ਜੋ ਕਿ 2021-22 ਦਾ ਸਾਲ ਸੀ, ਸਾਰੇ ਦੇਸ਼ ਦੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀਆਂ ਯੂਨਿਟਾਂ ਵਿੱਚ ਸਟਾਫ ਨੇ 14 ਮਿਲੀਅਨ ਓਵਰਟਾਈਮ ਘੰਟੇ ਲਗਾਏ ਹਨ। ਪ੍ਰੋਗਰਾਮ ਲੀਡ ਫਾਰ ਹੈਲਥ ਹਿਊਮਨ ਰਿਸੋਰਸਸ ਐਟ CIHI ਕੇਟ ਪਾਰਸਨ ਨੇ ਕਿਹਾ ਕਿ ਇੱਕ ਫੁੱਲ ਟਾਈਮ ਨੌਕਰੀ ਦੇ ਬਰਾਬਰ ਜੋ ਲੋਕ ਪਹਿਲਾਂ ਹੀ ਨੌਕਰੀ ਕਰ ਰਹੇ ਹਨ, ਉਹ 7,000 ਤੋਂ ਵੱਧ ਵਾਧੂ ਫੁੱਲ ਟਾਈਮ ਨੌਕਰੀਆਂ ਦੇ ਬਰਾਬਰ ਕੰਮ ਕਰ ਰਹੇ ਸਨ। ਕੇਟ ਪਾਰਸਨ ਦਾ ਕਹਿਣਾ ਹੈ ਕਿ ਇਸ ਰਿਪੋਰਟ ਦੁਆਰਾ ਉਜਾਗਰ ਕੀਤੀ ਗਈ ਇੱਕ ਚਿੰਤਾ ਸਭ ਤੋਂ ਕਮਜ਼ੋਰ ਲੋਕਾਂ ਤੇ ਨੁਕਸਾਨ ਦੇ ਪ੍ਰਭਾਵ ਹੈ। ਪਾਰਸਨ ਨੇ ਕਿਹਾ ਕਿ ਸਿਰਫ ਸਿਸਟਮ ਪੱਧਰ ਦੀਆਂ ਸਮੱਸਿਆਵਾਂ ਦੇ ਕਾਰਨ ਇਹ ਮਰੀਜ਼ਾਂ ਦੀ ਦੇਖਭਾਲ ਵਿੱਚ ਵਿਘਨ ਪਾ ਸਕਦੀ ਹੈ ਜਾਂ ਕਈ ਵਾਰ ਦੇਖਭਾਲ ਦੀ ਗੁਣਵੱਤਾ ਨੂੰ ਘਟਾ ਸਕਦੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਜ਼ਰਾਈਲ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਨੂੰ ਅੱਤਵਾਦ ਦੀ ਇੱਕ ਅਸਪਸ਼ਟ ਭਿਆਨਕ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਉਹ ਹਮਾਸ ਦੇ ਹਮਲਿਆਂ ਵਿਰੁੱਧ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਉਣ ਲਈ ਇਜ਼ਰਾਈਲ ਦੀ ਯਾਤਰਾ ਕਰਨ ਵਾਲੇ ਤਾਜ਼ਾ ਪੱਛਮੀ ਆਗੂ ਹਨ। ਉਹਨਾਂ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੀ ਇਜ਼ਰਾਈਲ ਪਹੁੰਚੇ ਸਨ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਨਾਲ ਮੁਲਾਕਾਤ ਤੋਂ ਬਾਅਦ ਰਿਸ਼ੀ ਸੁਨਕ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਓ ਕਿ ਯੂਨਾਈਟਿਡ ਕਿੰਗਡਮਸ ਅਤੇ ਮੈਂ ਤੁਹਾਡੇ ਨਾਲ ਖੜੇ ਹਾਂ। ਸੁਨਕ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਇਜ਼ਰਾਈਲ ਇਸ ਸਮੇਂ ਦੁਖੀ ਦੇਸ਼ ਹੈ ਅਤੇ ਅੱਤਵਾਦ ਦੀ ਬੁਰਾਈ ਦੇ ਖਿਲਾਫ ਆਪਣੇ ਸਮਰਥਨ ਦਾ ਵਾਅਦਾ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਰਮਨੀ ਦੇ ਚਾਂਸਲਰ ਔਲਫ ਸ਼ੋਲਜ਼ ਵੀ ਇਜ਼ਰਾਈਲ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਪੱਛਮੀ ਦੇਸ਼ਾਂ ਦੇ ਆਗੂ ਵੀ ਏਕਤਾ ਦਿਖਾਉਣ ਲਈ ਇਜ਼ਰਾਈਲ ਦਾ ਸਮਰਥਨ ਕਰ ਸਕਦੇ ਹਨ। ਰਿਸ਼ੀ ਸੁਨਕ ਨੇ ਕਿਹਾ ਕਿ ਉਹ ਹਮਾਸ ਦੁਆਰਾ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਵਿਆਪਕ ਸੰਘਰਸ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਧਿਆਨ ਕੇਂਦਰਿਤ ਕਰਨਗੇ, ਜਿਸ ਵਿੱਚ ਇਜ਼ਰਾਈਲ ਵਿੱਚ ਲਗਭਗ 1400 ਲੋਕ ਮਾਰੇ ਗਏ ਸਨ। ਕੀਨੀਆ ਵਿੱਚ ਇੱਕ ਸਾਲਾਨਾ ਜਨਤਕ ਛੁੱਟੀ ਦੇ ਜਸ਼ਨ ਦੌਰਾਨ ਇੱਕ ਭਗਦੜ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ, ਜਿਸ ਦੀ ਜਾਣਕਾਰੀ ਉੱਥੇ ਮੌਜੂਦ ਅਧਿਕਾਰੀਆਂ ਵੱਲੋਂ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਭਗਦੜ ਉਦੋਂ ਹੋਈ ਜਦੋਂ ਹਜ਼ਾਰਾਂ ਲੋਕ ਪੱਛਮੀ ਕੀਨੀਆ ਦੇ ਕੈਰੀਚੋ ਸਟੇਡੀਅਮ ਦੇ ਅੰਦਰ ਸਵੇਰ ਵੇਲੇ ਦਾਖਲ ਹੋਣ ਲਈ ਸੰਘਰਸ਼ ਕਰ ਰਹੇ ਸਨ।
ਸਟੇਡੀਅਮ ਇਸ ਸਾਲ ਦੇ ਮਸ਼ੂਜਾ ਦਿਵਸ ਦਾ ਸਥਾਨ ਸੀ, ਜਿਸ ਦਾ ਮਤਲਬ ਸਵਾਹਿਲੀ ਵਿੱਚ ਹੀਰੋਜ਼ ਦਿਵਸ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਰਾਸ਼ਟਰਪਤੀ ਵਿਲੀਅਮ ਰੂਟੋ, ਜਿਨ੍ਹਾਂ ਨੇ ਲਗਭਗ 4 ਘੰਟੇ ਬਾਅਦ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕੀਤਾ, ਉਹਨਾਂ ਨੇ ਭਗਦੜ ਦਾ ਜ਼ਿਕਰ ਨਹੀਂ ਕੀਤਾ। ਭਗਦੜ ਦੀ ਗੱਲ ਕਰਨ ਦੀ ਬਜਾਏ ਰਾਸ਼ਟਰਪਤੀ ਨੇ ਆਪਣਾ ਭਾਸ਼ਣ ਇੱਕ ਯੂਨੀਵਰਸਲ ਹੈਲਥ ਕੇਅਰ ਯੋਜਨਾ ਤੇ ਆਪਣੀਆਂ ਯੋਜਨਾਵਾਂ ਨੂੰ ਸਮਰਪਿਤ ਕੀਤਾ। ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਪਸ਼ਟ ਨਹੀਂ ਸੀ ਕਿ ਰੂਟੋ ਨੂੰ ਭਗਦੜ ਬਾਰੇ ਪਤਾ ਸੀ ਜਦੋਂ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਸੀ। ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਾਸ ਦੁਆਰਾ ਇਜ਼ਰਾਈਲ ਤੇ ਆਪਣੇ ਘਾਤਕ ਅਚਾਨਕ ਹਮਲੇ ਦੌਰਾਨ ਬੰਦਕ ਬਣਾਏ ਗਏ 2 ਲੋਕਾਂ ਲਈ ਬੰਦੀ ਦਾ ਲੰਮਾ ਸੁਪਨਾ ਖਤਮ ਹੋ ਗਿਆ ਹੈ। ਇਜ਼ਰਾਈਲੀ ਰੱਖਿਆ ਬਲਾਂ ਨੇ ABC ਨਿਊਜ਼ ਨੂੰ ਪੁਸ਼ਟੀ ਕੀਤੀ ਕਿ 2 ਅਮਰੀਕੀ ਔਰਤਾਂ ਨੂੰ ਹਮਾਸ ਦੁਆਰਾ ਰੈੱਡ ਕਰਾਸ ਲਈ ਰਿਹਾ ਕੀਤਾ ਗਿਆ ਸੀ ਅਤੇ ਹੁਣ ਉਹ ਵਾਪਸ ਇਜ਼ਰਾਈਲ ਵਿੱਚ ਹਨ। IDF ਨੇ ਦੱਸਿਆ ਕਿ ਔਰਤਾਂ ਦੀ ਪਛਾਣ ਜੂਡਿਥ ਰੋਨਨ ਅਤੇ ਉਸ ਦੀ ਧੀ ਨਤਾਲੀ ਰੋਨਨ ਵਜੋਂ ਹੋਈ ਹੈ। ਉਹਨਾਂ ਦੀਆਂ ਸਥਿਤੀਆਂ ਤੁਰੰਤ ਸਪਸ਼ਟ ਨਹੀਂ ਸਨ। ਰੋਨਨ ਇਲੀਨੋਇਸ ਤੋਂ ਹਨ। ਨਤਾਲੀ ਰੋਨਨ ਦੇ ਭਰਾ ਅਤੇ ਜੂਡਿਥ ਰੋਨਨ ਦੇ ਬੇਟੇ ਬੈਨ ਰੋਨਨ ਨੇ ਕਿਹਾ ਕਿ ਉਸ ਦੀ ਮਾਂ ਅਤੇ ਭੈਣ ਇੱਕ ਰਿਸ਼ਤੇਦਾਰ ਦੇ ਜਨਮ ਦਿਨ ਲਈ ਇਜ਼ਰਾਈਲ ਵਿੱਚ ਸਨ ਜਦੋਂ ਉਹਨਾਂ ਨੂੰ ਬੰਦਕ ਬਣਾਇਆ ਗਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੰਦਕਾਂ ਨੂੰ ਗਾਜ਼ਾ ਪੱਟੀ ਦੀ ਸਰਹੱਦ ਤੇ ਪ੍ਰਾਪਤ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਦੇਸ਼ ਦੇ ਕੇਂਦਰ ਵਿੱਚ ਇੱਕ ਮਿਲਟਰੀ ਬੇਸ ਵਿੱਚ ਇੱਕ ਮੀਟਿੰਗ ਪੁਆਇੰਟ ਤੇ ਲਿਜਾਇਆ ਜਾ ਰਿਹਾ ਸੀ, ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਉਡੀਕ ਕਰ ਰਹੇ ਸਨ। ਉਹਨਾਂ ਨੇ ਅੱਗੇ ਕਿਹਾ ਕਿ ਇਜ਼ਰਾਈਲ ਦੀ ਸਰਕਾਰ, IDF ਅਤੇ ਸਮੁੱਚੀ ਸੁਰੱਖਿਆ ਸੰਸਥਾਨ ਸਾਰੇ ਲਾਪਤਾ ਲੋਕਾਂ ਦਾ ਪਤਾ ਲਗਾਉਣ ਅਤੇ ਅਗਵਾਕਾਰਾਂ ਨੂੰ ਘਰ ਵਾਪਸ ਲਿਆਉਣ ਲਈ ਆਪਣੀ ਸਭ ਤੋਂ ਵਧੀਆ ਯੋਗਤਾ ਅਤੇ ਕੋਸ਼ਿਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਇਸ ਦੌਰਾਨ ਹਮਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੰਦਕਾਂ ਇੱਕ ਮਾਂ ਅਤੇ ਧੀ ਜੋ ਦੋਵੇਂ ਅਮਰੀਕੀ ਹਨ ਨੂੰ ਮਾਨਵਤਾਵਾਦੀ ਕਾਰਨਾਂ ਕਰਕੇ ਅਤੇ ਅਮਰੀਕੀ ਲੋਕਾਂ ਅਤੇ ਦੁਨੀਆ ਨੂੰ ਸਾਬਤ ਕਰਨ ਲਈ ਰਿਹਾ ਕੀਤਾ ਗਿਆ ਸੀ ਕਿ ਬਾਈਡਨ ਅਤੇ ਉਸ ਦੇ ਫੈਸ਼ਿਸਟ ਪ੍ਰਸ਼ਾਸਨ ਦੁਆਰਾ ਕੀਤੇ ਗਏ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ। ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਨੇ ਕਿਹਾ ਕਿ ਇਸਨੇ ਬੰਦਕਾਂ ਨੂੰ ਗਾਜ਼ਾ ਤੋਂ ਇਜ਼ਰਾਈਲ ਪਹੁੰਚਾ ਕੇ ਉਹਨਾਂ ਦੀ ਰਿਹਾਈ ਵਿੱਚ ਮਦਦ ਕੀਤੀ। ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਰੋਨਸਸ ਦੀ ਰਿਹਾਈ ਦੀ ਖਬਰ ਤੇ ਬਹੁਤ ਖੁਸ਼ ਹਨ ਅਤੇ ਉਹਨਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਵਿੱਚ ਸਾਂਝੇਦਾਰੀ ਲਈ ਕਤਰ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਹਨ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।